ਹੈਲੋ ਵੈਲਕਮ ਟੂ ਆਲ ਆਫ ਯੂ। ਅੱਜ ਆਪਾਂ ਗੱਲ ਕਰਨੀ ਹੈਗੀ ਆ ਆਇਲਟਸ ਰਾਈਟਿੰਗ ਟਾਸਕ 2 ਦੀ। ਤਾਂ ਟਾਸਕ 2 ਦੇ ਵਿੱਚ ਆਪਾਂ ਕੀ ਆ ਅੱਜ ਜਿਹੜੀ ਇਸ ਵੀਡੀਓ ਦੇ ਵਿੱਚ ਆਪਾਂ 3 ਟੌਪਿਕ ਡਿਸਕਸ ਕਰਨੇ ਆ ਜਿਹੜੇ ਤੁਹਾਡੀ ਜਿਹੜੀ ਰਾਈਟਿੰਗ ਇੰਪਰੂਵ ਕਰਨ ਦੇ ਵਿੱਚ 100% ਹੈਲਪ ਕਰਨਗੇ। ਠੀਕ ਹੈ, ਤਾਂ ਉਹ ਕਿਹੜੇ ਟੌਪਿਕ ਹੈਗੇ ਆ? ਟਾਸਕ ਨੀਡਸ, ਠੀਕ ਆ, ਕਿ ਐਸੀ ਦੀ ਜ਼ਰੂਰਤ ਕੀ ਹੈਗੀ ਹੈ, ਐਸੀ ਆਪਣੇ ਤੋਂ ਕਿਹੜੀ ਚੀਜ਼ ਦੀ ਡਿਮਾਂਡ ਕਰਦਾ ਹੈਗਾ। ਠੀਕ ਹੈ, ਉਹ ਜਿਹੜੀਆਂ ਨੀਡਸ ਦੀ ਆਪਾਂ ਗੱਲ ਕਰਾਂਗੇ ਕਿ ਕੀ ਆਪਾਂ ਜਿਹੜੀ ਐਡ ਕਰਨਾ, ਜਿਸ ਤੋਂ ਬਿਨਾਂ ਤੁਹਾਡੀ ਰਾਈਟਿੰਗ ਬਿਲਕੁਲ ਵੀ ਇੰਪਰੂਵ ਨਹੀਂ ਹੋ ਸਕਦੀ। ਤਾਂ ਇਹਨਾਂ 'ਤੇ ਤੁਹਾਨੂੰ ਜਿਹੜਾ ਵਰਕ ਕਰਨਾ ਹੀ ਹੋਊਗਾ। ਉਸ ਤੋਂ ਅੱਗੇ ਤੁਸੀਂ ਜਿਹੜਾ ਉਹ ਤਾਂ ਪਤਾ ਚੱਲ ਗਿਆ ਕਿ ਨੀਡਸ ਕੀ ਹੈ ਐਸੀ ਦੀਆਂ। ਠੀਕ ਹੈ, ਕਿ ਆਹ ਵਾਲੀ ਚੀਜ਼ ਐਡ ਕਰਨੀ, ਆਹ ਵਾਲੀ ਚੀਜ਼ ਐਡ ਕਰਨੀ ਹੈ। ਬਟ ਇਸ ਚੀਜ਼ ਨੂੰ ਇੰਪਰੂਵ ਕਿੱਦਾਂ ਕੀਤਾ ਜਾਵੇ? ਅਗਰ ਜੇ ਤੁਸੀਂ ਉਸ ਚੀਜ਼ ਨੂੰ ਫੋਲੋ ਨਹੀਂ ਕਰ ਰਹੇ ਤਾਂ ਉਸਨੂੰ ਕਿੱਦਾਂ ਫੋਲੋ ਕੀਤਾ ਜਾਵੇ? ਠੀਕ ਹੈ, ਕਿਸ ਤਰ੍ਹਾਂ ਉਸਨੂੰ ਸਿੱਖਿਆ ਜਾਵੇ? ਉਹ ਵੀ ਬਹੁਤ ਥੋੜ੍ਹੇ ਟਾਈਮ ਦੇ ਵਿੱਚ, ਕਿਉਂਕਿ ਆਪਣੇ ਕੋਲ ਜਿਹੜਾ ਐਗਜ਼ਾਮ ਦੇ ਵਿੱਚ ਕੋਈ ਸਟੂਡੈਂਟ ਹੈ ਜੋ 2 to 3 ਮੰਥ ਜਿਹੜਾ ਸਪੈਂਡ ਆਲਰੇਡੀ ਕਰ ਚੁੱਕਿਆ ਹੈਗਾ ਜਾਂ ਇੰਸਟੀਟਿਊਟ ਦੇ ਵਿੱਚ ਫੀਸਿਸ ਜਿਹੜਾ ਭਰ ਚੁੱਕਿਆ ਹੈ ਨਾ, ਜਾਂ ਫਿਰ ਟਾਈਮ ਜਿਹੜਾ ਆਪਣੇ ਕੋਲ ਜਸਟ 1 ਮੰਥ ਹੈਗਾ ਐਗਜ਼ਾਮ ਦੇ ਵਿੱਚ, ਤਾਂ ਕਿ ਆਪਾਂ 1 ਮੰਥ ਦੇ ਵਿੱਚ ਕਿੱਦਾਂ ਰਾਈਟਿੰਗ ਜਿਹੜੀ ਇੰਪਰੂਵ ਕਰ ਸਕਦੇ ਹਾਂ। ਠੀਕ ਹੈ, ਹਾਊ ਟੂ ਇੰਪਰੂਵ ਉਹ ਵੀ ਤੁਹਾਨੂੰ ਦੱਸਾਂਗੇ। ਤਾਂ ਉਸ ਤੋਂ ਅੱਗੇ ਕੀ ਆਪਣੇ ਕੋਲ ਸੈਂਪਲ ਆਂਸਰ, ਅਤੇ ਅੱਜ ਜਿਹੜਾ ਤੁਹਾਨੂੰ ਇੱਕ ਸੈਂਪਲ ਆਂਸਰ ਵੀ ਸ਼ੋ ਕਰੂੰਗੀ ਕਿ ਕਿੱਦਾਂ ਤੁਸੀਂ ਜਿਹੜੀਆਂ ਸਾਰੀਆਂ ਨੀਡਸ ਉਸ ਦੇ ਵਿੱਚ ਕਵਰ ਕੀਤੀਆਂ ਹੋਣਗੀਆਂ ਉਹ ਸੈਂਪਲ ਆਂਸਰ ਦੇਖਣਾ ਤੁਸੀਂ। ਠੀਕ ਹੈ, ਤਾਂ ਠੀਕ ਹੈ, ਫਸਟ 'ਤੇ ਆਪਾਂ ਜਿਹੜਾ ਆਪਣਾ ਜਿਹੜਾ ਪਹਿਲਾ ਟੌਪਿਕ ਹੈਗਾ ਉਹਨੂੰ ਡਿਸਕਸ ਕਰਦੇ ਹਾਂ, ਟਾਸਕ ਨੀਡਸ। ਤਾਂ ਸ਼ੋ ਕਰਦੀ ਹਾਂ ਤੁਹਾਨੂੰ ਟਾਸਕ ਨੀਡਸ। ਤਾਂ ਆਪਣੇ ਕੋਲ ਕੀ ਆ ਟਾਸਕ ਨੀਡ ਹੈਗੀਆਂ, ਦੇਖੋ ਫਸਟ ਨੰਬਰ 'ਤੇ ਕੀ ਹੁੰਦਾ ਆਪਣੇ ਕੋਲ ਸਟਰਕਚਰ। ਤਾਂ ਸਟਰਕਚਰ ਕੀ ਆ, ਅਗਰ ਤੁਸੀਂ ਐਸੇ ਨੂੰ ਪ੍ਰੋਪਰ ਔਰਗੇਨਾਈਜ਼ ਕਰਦੇ ਆ ਤਾਂ ਡੈਫੀਨੇਟਲੀ ਤੁਹਾਡੇ ਸਕੋਰ ਵਧੀਆ ਆਉਂਦੇ ਆ। ਠੀਕ ਹੈ, ਇੱਕ ਸਟਰਕਚਰ ਦੇ ਅਕੋਰਡਿੰਗ ਚੱਲੋ ਤਾਂ ਉਹ ਤੁਸੀਂ ਅਗਰ ਜੇ ਇੱਕ ਪ੍ਰੋਪਰ ਸਟਰਕਚਰ ਫੋਲੋ ਕਰਦੇ ਆ ਤਾਂ ਗੁੱਡ ਸਕੋਰ ਆਉਣਗੇ। ਤਾਂ ਸਟਰਕਚਰ ਦੇ ਵਿੱਚ ਹਮੇਸ਼ਾ ਜਦੋਂ ਵੀ ਮੈਂ ਕੋਈ ਸੈਂਪਲ ਆਂਸਰ ਤੁਹਾਡੇ ਨਾਲ ਸ਼ੇਅਰ ਕਰਦੀ ਹੈਗੀ ਤਾਂ ਸਟਰਕਚਰ ਜਿਹੜਾ ਤੁਹਾਨੂੰ ਫੋਲੋ ਜ਼ਰੂਰ ਕਰਨਾ ਦੱਸਿਆ ਜਾਂਦਾ ਕਿ ਕਿੱਦਾਂ ਦਾ ਸਟਰਕਚਰ। ਅਤੇ ਹਰ ਇੱਕ ਐਸੇ ਟਾਈਪ ਜਿੱਦਾਂ ਟਾਸਕ 2 ਦੇ ਵਿੱਚ 8 ਟਾਈਪ ਹੈਗੀਆਂ ਆਪਣੇ ਕੋਲ। ਠੀਕ ਆ, ਤਾਂ ਇਹ ਟਾਈਪ ਦਾ ਇੱਕ ਡਿਫਰੈਂਟ ਜਿਹੜਾ ਸਟਰਕਚਰ ਹੈਗਾ। ਠੀਕ ਹੈ, ਹਰ ਇੱਕ ਜਿਹੜਾ ਆਪਣੇ ਕੋਲ ਐਸੇ ਇੱਕ ਡਿਫਰੈਂਟ ਸਟਰਕਚਰ ਦੇ ਨਾਲ ਲਿਖਿਆ ਜਾਂਦਾ ਹੈਗਾ, ਅਤੇ ਇਸ ਲਈ ਜਿਹੜਾ ਸਟਰਕਚਰ ਸਿੱਖਣਾ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਆ। ਉਸ ਤੋਂ ਅੱਗੇ ਆਪਣੇ ਕੋਲ ਹੈਗਾ ਸੈਂਟੈਂਸ ਵੇਰੀਏਸ਼ਨ। ਸੈਕਿੰਡ ਨੀਡ ਕੀ ਹੈ ਐਸੇ ਦੀ? ਸੈਂਟੈਂਸ ਵੇਰੀਏਸ਼ਨ। ਇਹ ਸਭ ਨੂੰ ਪਤਾ ਹੈਗਾ ਕਿ ਸੈਂਟੈਂਸ ਵੇਰੀਏਸ਼ਨ ਤੋਂ ਬਿਨਾਂ ਜਿਹੜਾ ਆਪਣਾ ਟਾਸਕ ਆ ਉਹ ਨਹੀਂ ਫੁੱਲ ਹੁੰਦਾ। ਠੀਕ ਹੈ, ਤਾਂ ਇਹ ਚੀਜ਼ ਕੀ ਆ ਸੈਂਟੈਂਸ ਵੇਰੀਏਸ਼ਨ ਦੇ ਵਿੱਚ ਤੁਹਾਡੇ ਕੋਲ ਕਿੱਦਾਂ ਦੀ ਆਪਣੇ ਕੋਲ ਦੇਖੋ, ਫਸਟ ਆਫ ਆਲ ਕੀ ਆਪਾਂ ਪੈਸਿਵ ਵੌਇਸ ਐਡ ਕਰ ਸਕਦੇ ਹਾਂ। ਉਸ ਤੋਂ ਅੱਗੇ ਆਪਾਂ ਕੰਪਲੈਕਸ ਸੈਂਟੈਂਸ, ਠੀਕ ਹੈ, ਕੰਡੀਸ਼ਨਲ ਸੈਂਟੈਂਸ, ਕੁਐਸਚਨ ਫਾਰਮ, ਸਿੰਪਲ ਵੇਰੀਏਸ਼ਨ। ਤਾਂ ਇਹ ਜਿਹੜੇ ਆਪਣੇ ਕੋਲ ਇਹ ਮਤਲਬ ਆਲਮੋਸਟ ਆਪਣੇ ਕੋਲ 30 ਟਾਈਪਸ ਦੇ ਜਿਹੜੇ ਬਣ ਜਾਂਦੇ ਹੈਗੇ। ਠੀਕ ਹੈ, ਸੈਂਟੈਂਸ ਅਗਰ ਤੁਸੀਂ ਆਪਣੇ ਕੋਲ ਜਿਹੜੇ ਸੈਂਟੈਂਸ ਵੇਲੇ 30 ਟਾਈਪਸ ਦੇ ਸਿੱਖ ਲੈਣੇ ਤਾਂ ਵੇਰੀਏਸ਼ਨ ਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਆਊਗੀ। ਅਗਰ ਤੁਸੀਂ ਵੇਰੀਏਸ਼ਨ ਐਡ ਕਰਦੇ ਹੋ ਐਸੇ ਦੇ ਵਿੱਚ, ਥੋੜੀ ਵੇਰੀਏਸ਼ਨ 'ਤੇ ਜਿਹੜਾ ਡਿਪੈਂਡ ਕਰਦਾ ਹੈਗਾ ਕਿ ਸਕੋਰ ਕਿੱਦਾਂ ਦੇ ਹੋਣੇ ਆ। ਵੇਰੀਏਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਹੈਗੀ ਆ। ਸੋ ਪਲੀਜ਼ ਟਾਸਕ 1 ਅਕੈਡਮਿਕ ਸਟੂਡੈਂਟ, ਠੀਕ ਹੈ, ਔਰ ਟਾਸਕ 2 ਦੋਨੋਂ ਸਟੂਡੈਂਟ ਜਿਹੜੇ ਵੇਰੀਏਸ਼ਨ ਜ਼ਰੂਰ ਐਡ ਕਰੋ। ਤੁਸੀਂ ਸੈਂਟੈਂਸ ਨੂੰ ਕਿੰਨੇ ਤਰੀਕੇ ਨਾਲ ਫਾਰਮ ਕਰਦੇ ਆ, GT ਸਟੂਡੈਂਟਸ ਦਾ ਟਾਸਕ 1 ਵੀ ਉਨਾ ਹੀ ਇੰਪੋਰਟੈਂਟ ਹੈ। ਅਗਰ ਤੁਸੀਂ ਜਿੰਨੇ ਵਧੀਆ ਤਰੀਕੇ ਨਾਲ ਜਿਹੜਾ ਸੈਂਟੈਂਸ ਨੂੰ ਲਿਖੋਗੇ, ਠੀਕ ਆ, ਮਤਲਬ ਇਹਨਾਂ ਕੀ ਹੈ ਥੋੜ੍ਹਾ ਨੌਲੇਜ ਦਾ ਪਤਾ ਲੱਗਦਾ, ਐਗਜ਼ਾਮੀਨਰ ਨੂੰ ਪਤਾ ਚੱਲਦਾ ਹੈਗਾ ਕਿ ਤੁਹਾਡੇ ਕੋਲ ਕਿੰਨੀ ਨੌਲੇਜ ਹੈਗੀ ਹੈ, ਤੁਸੀਂ ਕਿੰਨੇ ਤਰੀਕੇ ਨਾਲ ਜਿਹੜੇ ਸੈਂਟੈਂਸ ਨੂੰ ਫਾਰਮ ਕਰ ਸਕਦੇ ਆ। ਅਗਰ ਤੁਸੀਂ ਇਹ ਵੇਰੀਏਸ਼ਨ ਯੂਜ਼ ਕਰਦੇ ਹੈਗੇ ਤਾਂ ਡੈਫੀਨੇਟਲੀ ਤੁਹਾਡੇ ਸਕੋਰ ਆਉਣਗੇ। ਠੀਕ ਹੈ, ਤਾਂ ਇਹ ਚੀਜ਼ ਹੋ ਗਈ ਆਪਣੀ ਸੈਂਟੈਂਸ ਵੇਰੀਏਸ਼ਨ। ਉਸ ਤੋਂ ਅੱਗੇ ਆਪਣੀ ਜਿਹੜੀ ਥਰਡ ਨੀਡ ਹੈਗੀ ਆ ਉਹ ਹੈਗੀ ਨੇ ਕਨੈਕਟਰਸ। ਤਾਂ ਕਨੈਕਟਰ ਦਾ ਮੇਨ ਰੋਲ ਕੀ ਆ? ਐਸੇ ਨੂੰ ਕਨੈਕਟ ਕਰਨਾ। ਠੀਕ ਹੈ, ਅਗਰ ਤੁਸੀਂ ਇੱਕ ਪੁਆਇੰਟ ਲਿਖਦੇ ਹੈਗੇ ਉਸਨੂੰ ਦੂਸਰੇ ਪੁਆਇੰਟ ਨਾਲ ਕਿੱਦਾਂ ਕਨੈਕਟ ਕਰਨਾ ਹੈਗਾ। ਠੀਕ ਹੈ, ਜਿੱਦਾਂ ਆਪਾਂ ਸਟਰਕਚਰ ਦੇ ਵਿੱਚ ਲਿਖਦੇ ਹੈਗੇ ਹਾਂ ਟਾਸਕ ਸਟੇਟਮੈਂਟ, ਉਸ ਤੋਂ ਬਾਅਦ ਐਲੈਬੋਰੇਸ਼ਨ ਲਿਖਦੇ ਹਾਂ, ਤਾਂ ਉਹਨਾਂ ਦੋਨਾਂ ਚੀਜ਼ਾਂ ਨੂੰ ਆਪਸ ਵਿੱਚ ਕਨੈਕਟ ਕਿੱਦਾਂ ਕਰਨਾ, ਉਹ ਜਿਹੜਾ ਮਤਲਬ ਰੋਲ ਕੀ ਹੈ ਕਨੈਕਟਰਸ ਪਲੇ ਕਰਦੇ ਆ। ਠੀਕ ਹੈ, ਤਾਂ ਕਨੈਕਟਰਸ ਨੂੰ ਜ਼ਰੂਰ ਐਡ ਕਰੋ। ਅਗਰ ਤੁਸੀਂ ਟਾਸਕ 1 ਦੇ ਵਿੱਚ ਵੀ ਜਿਹੜੇ ਲਾਈਨ ਨੂੰ ਫਾਰਮ ਕਰ ਲਈ, ਨੈਕਸਟ ਜਿਹੜੀ ਲਾਈਨ ਤੁਸੀਂ ਕਿੱਦਾਂ ਲਿਖਣੀ ਉਹਦੇ ਲਈ ਵੀ ਤੁਹਾਨੂੰ ਕਨੈਕਟਰਸ ਚਾਹੀਦੇ ਆ। ਠੀਕ ਹੈ, ਟਾਸਕ 1 ਦੀ ਗੱਲ ਕਰੀਏ, ਟਾਸਕ 2 ਦੀ ਗੱਲ ਕਰੀਏ, ਆਪਾਂ ਨੂੰ ਕਨੈਕਟਰਸ ਚਾਹੀਦੇ ਆ। ਠੀਕ ਹੈ, ਸਟਰਕਚਰ ਵੀ ਦੋਨੋਂ ਲਈ, ਸੈਂਟੈਂਸ ਵੇਰੀਏਸ਼ਨ ਵੀ ਦੋਨੋਂ ਲਈ, ਔਰ ਕਨੈਕਟਰਸ ਵੀ ਦੋਨੋਂ ਲਈ। ਠੀਕ ਹੈ, ਉਸ ਤੋਂ ਅੱਗੇ ਆਪਣੇ ਕੋਲ ਜਿਹੜੀ ਫੋਰਥ ਨੀਡ ਆ ਗਈ ਉਹ ਹੈ ਵਕੈਬ। ਠੀਕ ਹੈ, ਤਾਂ ਵਕੈਬ ਤੁਸੀਂ ਜਿਹੜੀ ਮਤਲਬ ਕਿ ਐਡ ਕਰੋਗੇ, ਜਿਸ ਤਰੀਕੇ ਦੀ ਤੁਸੀਂ ਵਕੈਬ ਐਡ ਕਰੋਗੇ, ਜਿੰਨੀ ਵਕੈਬ ਐਡ ਕਰੋਗੇ, ਠੀਕ ਹੈ, ਤਾਂ ਉਨਾ ਹੀ ਸਕੋਰ ਵਧੀਆ ਆਏਗਾ। ਅਗਰ ਤੁਸੀਂ ਬਹੁਤ ਸਿੰਪਲ ਲਿਖ ਰਹੇ ਹੋ ਤਾਂ ਉਹ ਜਿਹੜਾ ਉਸ ਤਰੀਕੇ ਨਾਲ ਸਕੋਰ ਆਏਗਾ। ਅਗਰ ਤੁਸੀਂ ਕਾਫੀ ਜਿਹੜੇ ਵਧੀਆ ਵਕੈਬ ਐਡ ਕਰ ਰਹੇ ਹੈਗੇ ਆ ਤਾਂ ਉਹ ਜਿਹੜਾ ਉਨਾ ਹੀ ਵਧੀਆ ਸਕੋਰ ਹੋਊਗਾ। ਠੀਕ ਹੈ, ਤਾਂ ਇਹ 4 ਨੀਡਸ ਹੈਗੀਆਂ, ਇਹਨਾਂ ਤੋਂ ਬਿਨਾਂ ਤੁਹਾਡਾ ਜਿਹੜਾ ਟਾਸਕ ਆ ਰਾਈਟਿੰਗ ਆ ਜਿਹੜੀ ਇੰਪਰੂਵ ਨਹੀਂ ਹੋ ਸਕਦੀ। ਅਗਰ ਤੁਸੀਂ 5.5 'ਤੇ ਸਟਕ ਕਰ ਰਹੇ ਆ ਜਾਂ 5 'ਤੇ ਸਟਕ ਕਰ ਰਹੇ ਹੈਗੇ ਆ, ਮਤਲਬ ਐਟਲੀਸਟ ਤੁਹਾਡੀ ਰਿਕੁਆਇਰਮੈਂਟ ਵੀ ਕੰਪਲੀਟ ਨਹੀਂ ਹੋ ਰਹੀ 6 ਦੀ। ਠੀਕ ਹੈ, ਤਾਂ ਉਹਦੇ ਵਿੱਚ ਕੀ ਹੈ ਦੇਖੋ, ਤੁਸੀਂ ਜਿਹੜੀਆਂ ਇਹਦੇ ਵਿੱਚੋਂ ਸੈਂਟੈਂਸ ਵੇਰੀਏਸ਼ਨ ਔਰ ਸਟਰਕਚਰ ਹੀ ਫੋਲੋ ਕਰ ਲਓ। ਠੀਕ ਹੈ, ਕਨੈਕਟਰਸ ਤਾਂ ਈਜ਼ੀ ਹੈ ਬਹੁਤ ਜ਼ਿਆਦਾ। ਤਾਂ ਅਗਰ ਤੁਸੀਂ ਵਕੈਬ ਨਹੀਂ ਵੀ ਕਰ ਸਕਦੇ, 3 ਜਿਹੜੇ ਆਪਣੀ ਨੀਡਸ ਵੀ ਕੰਪਲੀਟ ਕਰ ਦਿਓ ਤਾਂ ਤੁਹਾਡੇ 6.5 ਤੱਕ ਜਿਹੜੇ ਈਜ਼ੀਲੀ ਸਕੋਰ ਆ ਸਕਦੇ ਆ। ਅਗਰ ਤੁਸੀਂ ਜਿਹੜਾ 7+ ਆਪਣਾ ਰਾਈਟਿੰਗ ਟਾਸਕ ਚਾਹੁੰਦੇ ਆ ਤਾਂ ਫਿਰ ਤੁਹਾਨੂੰ ਵਕੈਬ ਮਤਲਬ ਕਿ 4 ਜਿਹੜੀਆਂ ਨੀਡਸ ਆਪਣੀਆਂ ਕੰਪਲੀਟ ਕਰਨੀਆਂ ਪੈਣੀਆਂ। ਠੀਕ ਹੈ, ਇਹ ਹੋ ਗਿਆ ਕਲੀਅਰ। ਆਪਣਾ ਜਿਹੜਾ ਪਹਿਲਾ ਟੌਪਿਕ ਸੀਗਾ ਟਾਸਕ ਨੀਡਸ, ਇਹ ਹੋ ਗਿਆ, ਕੀ ਨੀਡ ਹੈਗੀ ਉਹ ਪਤਾ ਚੱਲ ਗਿਆ। ਠੀਕ ਹੈ, ਹੁਣ ਇਹਨੂੰ ਆਪਾਂ ਕਿੱਦਾਂ ਇੰਪਰੂਵ ਕਰ ਸਕਦੇ ਹਾਂ ਉਹ ਚੀਜ਼ ਦੀ ਗੱਲ ਕਰਦੇ ਹਾਂ।
ਤਾਂ ਠੀਕ ਹੈ, ਸਟਰਕਚਰ ਨੂੰ ਕਿੱਦਾਂ ਫੋਲੋ ਕਰ ਸਕਦੇ ਹਾਂ। ਸਟਰਕਚਰ ਨੂੰ ਆਪਾਂ ਜਿਹੜਾ ਸਿੱਖਣ ਦੇ ਲਈ ਕੀ ਆ, ਹਰ ਇੱਕ ਟਾਈਪ ਦਾ ਐਸੇ ਜਿਹੜਾ ਇੱਕ ਵਾਰ ਸੈਂਪਲ ਆਨਸਰ ਸਮਝਣਾ ਪਏਗਾ। ਠੀਕ ਹੈ, ਇੱਕ ਤਾਂ ਪਹਿਲਾਂ ਜਿਹੜਾ ਤੁਹਾਨੂੰ ਸਟਰਕਚਰ ਓਵਰਆਲ ਜਿਹੜਾ ਸਟਰਕਚਰ ਦੀ ਗੱਲ ਕੀਤੀ ਕਿ ਇਹ ਵਾਲਾ ਸਟਰਕਚਰ ਆਪਾਂ ਟਾਸਕ ਦੇ ਵਿੱਚ ਫਾਰਮ ਕਰਦੇ ਹਾਂ। ਜਿੱਦਾਂ ਫੋਰ ਐਗਜ਼ਾਮਪਲ ਮੈਂ ਅਕੈਡਮਿਕ ਸਟੂਡੈਂਟ ਦੇ ਫਰਸਟ ਟਾਸਕ ਦੀ ਗੱਲ ਕਰਾਂ ਤਾਂ ਉਹਦੇ ਵਿੱਚ ਕੀ ਹੈਗਾ, ਲਾਈਕ ਜੇ ਸਿੰਪਲ ਸਟਰਕਚਰ ਹੈਗਾ ਓਵਰਆਲ ਆਪਾਂ ਐਂਡ 'ਤੇ ਲਿਖਣਾ, ਲਾਈਕ ਇਹ ਚੀਜ਼ ਆਪਾਂ ਨੂੰ ਇੱਕ ਸਮਝ ਆ ਗਈ। ਬਟ ਜੇ ਆਪਾਂ ਟਾਸਕ ਜਿੰਨੀ ਵੇਰੀਏਸ਼ਨ ਦੀ ਗੱਲ ਕਰੀਏ ਉਨੀ ਵੇਰੀਏਸ਼ਨ ਦੇ ਲਈ ਆਪਾਂ ਨੂੰ ਜਿਹੜਾ ਸਟਰਕਚਰ ਅਲੱਗ ਫੋਲੋ ਕਰਨਾ ਪਊਗਾ। ਤਾਂ ਸਟਰਕਚਰ ਦੇ ਲਈ ਕੀ ਹੈਗਾ, ਹਰ ਇੱਕ ਟਾਈਪ ਦਾ ਇੱਕ ਜਾਂ ਦੋ ਐਸੇ ਤੁਹਾਨੂੰ ਜਿਹੜੇ ਕਵਰ ਕਰਨੇ ਪੈਣਗੇ। ਫੋਰ ਐਗਜ਼ਾਮਪਲ ਅਗਰ ਤੁਹਾਡੇ ਕੋਲ ਜਿਹੜਾ ਐਸੇ ਹੈਗਾ ਐਗਰੀ ਔਰ ਡਿਸਐਗਰੀ ਹੈਗਾ, ਠੀਕ ਹੈ, ਇੱਕ ਆਪਣੇ ਕੋਲ ਐਸੇ ਹੈਗਾ ਐਗਰੀ ਔਰ ਡਿਸਐਗਰੀ, ਇੱਕ ਹੈਗਾ ਟੂ ਵਟ ਐਕਸਟੈਂਡ ਡੂ ਯੂ ਐਗਰੀ ਔਰ ਡਿਸਐਗਰੀ। ਇਹ ਦੋਨੋਂ ਟਾਈਪ ਹੈਗੀਆਂ। ਠੀਕ ਆ, ਤਾਂ ਦੋਨੋਂ ਟਾਈਪ ਦਾ ਜਿਹੜਾ ਮਤਲਬ ਸਟਰਕਚਰ ਆ ਉਹ ਡਿਫਰੈਂਟ ਹੋਏਗਾ ਔਰ ਤੁਹਾਨੂੰ ਦੋਨੋਂ ਹੀ ਜਿਹੜੀਆਂ ਸੈਂਪਲ ਆਨਸਰ ਸਮਝਣੇ ਪੈਣਗੇ ਅਗਰ ਤੁਸੀਂ ਸਿੰਪਲ ਐਗਰੀ ਔਰ ਡਿਸਐਗਰੀ ਵਾਲਾ ਲਿਖਦੇ ਹੋ ਔਰ ਤੁਸੀਂ ਵਟ ਐਕਸਟੈਂਡ ਤੱਕ ਲਿਖਦੇ ਹੈਗੇ। ਠੀਕ ਹੈ, ਤਾਂ ਸਟਰਕਚਰ ਲਈ ਕੀ ਆ, ਹਰ ਇੱਕ ਜਿਹੜਾ ਆਪਾਂ ਨੂੰ ਸੈਂਪਲ ਆਨਸਰ ਉਹ ਚੰਗੀ ਤਰ੍ਹਾਂ ਸਮਝਣਾ ਪਊਗਾ ਸਟਰਕਚਰ ਫੋਲੋ ਕਰਨ ਲਈ। ਠੀਕ ਹੈ, ਇਹ ਵੇ ਦੱਸ ਰਹੀ ਹਾਂ ਕਿ ਇੰਪਰੂਵ ਕਿੱਦਾਂ ਕਰ ਸਕਦੇ ਹੋ। ਉਸ ਤੋਂ ਅੱਗੇ ਆਪਣੇ ਕੋਲ ਸੈਂਟੈਂਸ ਵੇਰੀਏਸ਼ਨ। ਠੀਕ ਹੈ, ਤਾਂ ਸੈਂਟੈਂਸ ਵੇਰੀਏਸ਼ਨ 'ਚ ਕੀ ਆ, ਪਹਿਲਾਂ ਪੈਸਿਵ ਵੌਇਸ ਸਿੱਖੋ, ਇੱਕ ਦਿਨ ਪੈਸਿਵ ਵੌਇਸ 'ਤੇ ਲਗਾਓ। ਠੀਕ ਹੈ, ਉਸ ਤੋਂ ਬਾਅਦ ਕੰਪਲੈਕਸ ਸੈਂਟੈਂਸ ਸਿੱਖੋ, ਆਲਮੋਸਟ 10 ਟਾਈਪਸ ਦੇ ਜਿਹੜੇ ਕੰਪਲੈਕਸ ਸੈਂਟੈਂਸ ਸਿੱਖ ਲਓ ਜਿਹੜੇ ਇਨਫ ਹੈਗੇ ਤੁਹਾਡੇ। ਠੀਕ ਹੈ, ਉਸ ਤੋਂ ਅੱਗੇ ਕੀ ਆਪਣੇ ਕੋਲ ਕੰਡੀਸ਼ਨਲ ਸੈਂਟੈਂਸ, ਉਸ ਤੋਂ ਅੱਗੇ ਕੁਐਸਚਨ ਫਾਰਮ, ਸਿੰਪਲ ਵੇਰੀਏਸ਼ਨ। ਠੀਕ ਹੈ, ਤਾਂ ਉਸ ਤੋਂ ਆਪਣੀ ਜਿਹੜੀ ਸਿੰਪਲ ਵੇਰੀਏਸ਼ਨ ਦੇ ਵਿੱਚ ਵੀ ਇਹ ਮਤਲਬ ਆਲਮੋਸਟ 30 ਟਾਈਪ ਦੇ ਜਿਹੜੇ ਬਣ ਗਏ ਆਪਣੇ ਕੋਲ। ਇਹ ਜਿਹੜੀਆਂ ਤੁਸੀਂ ਵੇਰੀਏਸ਼ਨ ਸਿੱਖ ਲਓ ਤਾਂ ਕਲੀਅਰ ਹੋ ਜਾਏਗਾ। ਠੀਕ ਹੈ, ਉਸ ਤੋਂ ਅੱਗੇ ਆਪਣੇ ਕੋਲ ਜਿਹੜੇ ਕਨੈਕਟਰਸ ਹੈਗੇ ਆ, ਤਾਂ ਕਨੈਕਟਰਸ ਜਿਹੜੇ ਹੈਗੇ ਆ ਉਹ ਮਤਲਬ ਇੱਕ ਪੱਕੇ ਰੱਖ ਲਓ ਕਿ ਇਹ ਵਾਲਾ ਕਨੈਕਟਰ, ਕੁਛ ਕਨੈਕਟਰ ਜਿਹੜੇ ਤੁਹਾਨੂੰ ਮਤਲਬ ਕਿ ਮੈਂ ਇਹੀ ਕਹੂੰਗੀ ਕਿ ਤੁਸੀਂ ਜਿਹੜਾ ਰੱਟਾ ਹੀ ਲਗਾ ਲਓ, ਯਾਦ ਕਰ ਲਓ। ਠੀਕ ਹੈ, ਉਹ ਕਨੈਕਟਰਸ ਜਿਹੜੇ ਕੀ ਆ ਤੁਹਾਡੇ ਟਾਸਕ ਦੇ ਵਿੱਚ ਈਜ਼ੀਲੀ ਫਿੱਟ ਹੋ ਜਾਣਗੇ। ਤਾਂ ਆਪਣੇ ਜਿਹੜੇ ਟਾਸਕ ਦੇ ਅਕੋਰਡਿੰਗ ਕੀ ਆ ਤੁਸੀਂ ਆਪਣੇ ਕਨੈਕਟਰਸ ਜਿਹੜੇ ਲਰਨ ਕਰ ਲਓ। ਉਸ ਤੋਂ ਅੱਗੇ ਆਪਣੇ ਕੋਲ ਵਕੈਬ, ਤਾਂ ਵਕੈਬ ਦੇ ਵਿੱਚ ਇਹ ਹੈਗਾ ਜਦੋਂ ਤੁਸੀਂ ਸਟਰਕਚਰ ਦੇ ਲਈ ਹਰ ਇੱਕ ਜਿਹੜਾ ਟਾਸਕ ਫੋਲੋ ਕਰੋਗੇ, ਹਰ ਇੱਕ ਜਾਣੀ ਕਿ ਆਪਣਾ ਜਿੰਨੇ ਵੀ ਟਾਸਕ ਟਾਈਪ ਹੈਗੀ ਆ ਉਨੇ ਹੀ ਤੁਸੀਂ ਟਾਸਕ ਟਾਈਪ ਦੀ ਜਿਹੜੇ ਸੈਂਪਲ ਆਨਸਰ ਸਮਝੋਗੇ। ਅਗਰ ਤੁਸੀਂ ਵਧੀਆ ਸੈਂਪਲ ਆਨਸਰ ਦੇਖੋਗੇ ਜਿਹਦੇ ਵਿੱਚ ਵਕੈਬ ਐਡ ਆ ਤਾਂ ਤੁਹਾਡੀ ਵਕੈਬ ਜਿਹੜੀ ਆਪਣੇ ਆਪ ਹੀ ਇੰਪਰੂਵ ਹੋ ਜਾਏਗੀ। ਠੀਕ ਹੈ, ਇਹ ਵੇ ਸੀਗਾ ਕਿ ਤੁਸੀਂ ਕਿੱਦਾਂ ਜਿਹੜਾ ਇੰਪਰੂਵ ਕਰ ਸਕਦੇ ਆ। ਇਹ ਆਪਣਾ ਜਸਟ 1 ਮੰਥ ਦਾ, ਅਗਰ ਜੇ ਤੁਸੀਂ 30 to 40 ਮਿੰਟ ਸਪੈਂਡ ਕਰਦੇ ਹੈਗੇ ਆ ਡੇਲੀ ਇਸ ਚੀਜ਼ ਦੇ ਉੱਤੇ ਤਾਂ ਤੁਹਾਡੀ 1 ਮੰਥ ਦੇ ਵਿੱਚ ਸਭ ਕੁਝ ਕਲੀਅਰ ਹੋ ਜਾਏਗਾ। ਲਾਈਕ ਜਿੱਦਾਂ ਕੀ ਆ 8 ਟਾਈਪਸ ਦੇ ਐਸੇ ਆਪਣੇ ਕੋਲ ਹੈਗੇ ਆ ਟਾਸਕ 2। ਠੀਕ ਹੈ, ਤਾਂ ਅਕੈਡਮਿਕ ਸਟੂਡੈਂਟਸ ਦੇ ਜਿਹੜੇ ਆਪਣੇ ਕੋਲ 7 ਟਾਈਪਸ ਦੇ ਟਾਸਕ 1 ਹੈਗੇ ਆ ਔਰ GT ਸਟੂਡੈਂਟਸ ਜਿਹੜੇ ਆਪਣੇ ਕੋਲ ਲੈਟਸ ਹੈਗੀਆਂ। ਠੀਕ ਹੈ, ਇਹ ਜਾਣੀ ਕਿ ਆਪਣਾ 1 ਮੰਥ ਦਾ ਜਿਹੜਾ ਹੋਏਗਾ। ਠੀਕ ਹੈ, ਸਟਰਕਚਰ ਔਰ ਸੈਂਟੈਂਸ ਵੇਰੀਏਸ਼ਨ ਵੀ ਤੁਸੀਂ ਇਸੇ ਹੀ, ਤੇ ਕਨੈਕਟਰ ਵਕੈਬ ਮਤਲਬ ਇਹ ਜਿਹੜੀਆਂ 4 ਨੀਡਸ ਆ ਤੁਸੀਂ 1 ਮੰਥ ਦੇ ਵਿੱਚ ਚੰਗੀ ਤਰ੍ਹਾਂ ਜਿਹੜਾ ਸਿੱਖ ਸਕਦੇ ਆ। ਹਰ ਇੱਕ ਜਿਹੜਾ ਸੈਂਪਲ ਆਨਸਰ ਸਮਝ ਸਕਦੇ ਆ, ਵੇਰੀਏਸ਼ਨ ਸਿੱਖ ਸਕਦੇ ਹੈਗੀਆਂ, ਕਨੈਕਟਰਸ ਵਕੈਬ ਉਹ ਵੀ ਜਸਟ 30 to 40 ਮਿੰਟ ਸਪੈਂਡ ਕਰਕੇ ਡੇਲੀ। ਠੀਕ ਹੈ, ਤਾਂ 1 ਮੰਥ ਤੋਂ ਰਾਈਟਿੰਗ ਜ਼ਿਆਦਾ ਨਹੀਂ ਟਾਈਮ ਲੈਂਦੀ ਹੁੰਦੀ ਆਪਣਾ ਇਹ ਵਾਲੀ ਚੀਜ਼। ਠੀਕ ਹੈ, ਤਾਂ ਅਗਰ ਤੁਸੀਂ ਆਨਲਾਈਨ ਕਲਾਸਿਸ ਜੇ ਰਾਈਟਿੰਗ ਦੀਆਂ ਤੁਸੀਂ ਜਿਹੜੇ ਮਤਲਬ ਕਿ ਚਾਹੁੰਦੇ ਹੋ ਕਿ ਰਾਈਟਿੰਗ ਕਲਾਸ ਜੁਆਇਨ ਕਰਨਾ, ਠੀਕ ਹੈ, ਤਾਂ ਉਹ ਆਪਣਾ ਜਿਹੜਾ 1 ਮੰਥ ਦਾ ਬੈਚ ਹੁੰਦਾ ਹੈ ਰਾਈਟਿੰਗ ਦਾ। ਠੀਕ ਆ, ਤਾਂ ਉਹਦੇ ਵਿੱਚ ਤੁਹਾਨੂੰ ਕੀ ਹੈ ਜਿਹੜਾ ਸਾਰਾ ਕੁਝ ਕਰਵਾਇਆ ਜਾਂਦਾ, ਸਟਰਕਚਰ ਵੀ ਸਮਝਾਇਆ ਜਾਂਦਾ। ਠੀਕ ਹੈ, ਸੈਂਟੈਂਸ ਵੇਰੀਏਸ਼ਨ ਵੀ ਹਰ ਇੱਕ ਟਾਈਪ ਦੀ ਜਿਹੜੀ ਵੇਰੀਏਸ਼ਨ ਚੰਗੀ ਤਰ੍ਹਾਂ ਮਤਲਬ ਕਰਵਾਈ ਜਾਂਦੀ। ਜਿੱਦਾਂ ਫੋਰ ਐਗਜ਼ਾਮਪਲ ਪੈਸਿਵ ਵੌਇਸ ਆ, ਤਾਂ ਪੈਸਿਵ ਵੌਇਸ ਜਿਹੜਾ ਤੁਹਾਨੂੰ ਪਾਸਟ ਦੇ ਵਿੱਚ ਵੀ ਕਰਵਾਇਆ ਜਾਏਗਾ, ਪ੍ਰੈਜ਼ੈਂਟ ਦੇ ਵਿੱਚ ਵੀ ਔਰ ਫਿਊਚਰ ਦੇ ਵਿੱਚ ਵੀ। ਠੀਕ ਆ, ਪੈਸਿਵ ਵੌਇਸ ਵੀ ਕਰਵਾਇਆ ਜਾਏਗਾ, ਕੰਪਲੈਕਸ ਸੈਂਟੈਂਸ ਔਰ ਆਲਸੋ ਜਿਹੜੀ ਤੁਹਾਨੂੰ ਕੀ ਐਗਜ਼ਾਮਪਲਸ ਵੀ ਮਤਲਬ ਟਾਸਕ ਦੀਆਂ ਹੀ ਦਿੱਤੀਆਂ ਜਾਣਗੀਆਂ ਤਾਂ ਜੋ ਤੁਹਾਨੂੰ ਈਜ਼ੀ ਹੋ ਜਾਵੇ। ਅਗਰ ਤੁਸੀਂ ਮਤਲਬ ਕਿ ਤੁੱਕਾ ਵੀ ਲਗਾਉਂਦੇ ਤਾਂ ਉਹ ਵੀ ਚੱਲ ਜਾਵੇ। ਠੀਕ ਹੈ, ਕੰਡੀਸ਼ਨਲ ਸੈਂਟੈਂਸ, ਕੁਐਸਚਨ ਫਾਰਮ, ਸਿੰਪਲ ਵੇਰੀਏਸ਼ਨ, ਸਾਰੀਆਂ ਵੇਰੀਏਸ਼ਨ ਜਿਹੜੀਆਂ 1 ਮੰਥ ਦੇ ਵਿੱਚ ਇਹ ਜਿਹੜਾ ਆਪਣੀਆਂ 4 ਨੀਡਸ ਕਲੀਅਰ ਕਰਾਈਆਂ ਜਾਂਦੀਆਂ, ਕਨੈਕਟਰਸ ਵਕੈਬ। ਠੀਕ ਹੈ, ਤਾਂ ਹੁਣ ਆਪਾਂ ਸੈਂਪਲ ਆਨਸਰ ਵੱਲ ਮੂਵ ਕਰਦੇ ਹਾਂ। ਤੇ ਅੱਜ ਦਾ ਆਪਾਂ ਨੂੰ ਸੈਂਪਲ ਆਨਸਰ ਕੀ ਹੈ ਕਹਿ ਰਿਹਾ ਹੈਗਾ, ਮੇਜਰ ਸਿਟੀਜ਼ ਹੈਵ ਬਿਕਮ ਟੂ ਬਿਗ ਐਂਡ ਓਵਰ ਕਰਾਊਡਡ, ਵਾਈ ਇਜ਼ ਦਿਸ ਕੇਸ, ਵਟ ਆਰ ਸਮ ਪੋਸੀਬਲ ਸੋਲਿਊਸ਼ਨ ਟੂ ਦਿਸ। ਕਿ ਜਿਹੜੀਆਂ ਮੇਜਰ ਸਿਟੀਜ਼ ਹੈਗੀਆਂ ਉਹ ਕੀ ਆ ਅੱਜ ਕੱਲ੍ਹ ਜਿਹੜੀਆਂ ਕੀ ਆ ਬਿਗ ਔਰ ਓਵਰ ਕਰਾਊਡਡ ਬਣ ਰਹੀਆਂ। ਠੀਕ ਹੈ, ਵਾਈ ਇਜ਼ ਦਿਸ, ਇਹ ਕਿਉਂ ਹੋ ਰਿਹਾ ਹੈਗਾ। ਠੀਕ ਹੈ, ਔਰ ਵਟ ਆਰ ਦ ਪੋਸੀਬਲ ਸੋਲਿਊਸ਼ਨ ਟੂ ਦਿਸ, ਮਤਲਬ ਕੁਛ ਜਿਹੜੇ ਸੋਲਿਊਸ਼ਨ ਦੱਸਣੀ ਆ। ਐਸੀ ਟਾਈਪ ਕਿਹੜੀ ਹੋ ਗਈ ਆਪਣੇ ਕੋਲ, ਰੀਜ਼ਨ ਐਂਡ ਸੋਲਿਊਸ਼ਨ। ਇੱਕ ਤਾਂ ਰੀਜ਼ਨ ਦੱਸੋਗੇ ਵੀ ਇਹ ਚੀਜ਼ ਕਿਉਂ ਹੋ ਰਹੀ ਹੈਗੀ ਆ, ਤਾਂ ਇੱਕ ਤੁਸੀਂ ਸੋਲਿਊਸ਼ਨ ਦੱਸੋਗੇ ਕਿ ਮਤਲਬ ਕਿ ਇਹਦਾ ਸੋਲਿਊਸ਼ਨ ਕੀ ਇਸ ਚੀਜ਼ ਨੂੰ ਸੋਲਵ ਕਰਨ ਦਾ। ਠੀਕ ਹੈ, ਤਾਂ ਫਸਟ ਆਫ ਆਲ ਕੀ ਆ ਆਪਾਂ ਜਿਹੜੀ ਇੰਟਰੋ ਕਰਦੇ ਹਾਂ ਤੁਸੀਂ ਸਿੱਖਣਾ ਕਿ ਰੀਫਰੇਜ਼ ਔਰ ਥੀਸਿਸ ਲਾਈਨ ਤੁਸੀਂ ਕਿਸ ਤਰੀਕੇ ਨਾਲ ਦੇ ਸਕਦੇ ਹੋ, ਉਹ ਵੀ ਪਲੱਸ ਵੇਰੀਏਸ਼ਨ ਐਡ ਕਰਕੇ। ਠੀਕ ਹੈ, ਔਰ ਵਕੈਬ ਐਡ ਕਰਕੇ। ਤਾਂ ਦੇਖੋ ਆਪਣੀ ਜਿਹੜੀ ਹੋ ਗਈ ਆਪਾਂ ਲਗਾਇਆ ਇਟ ਇਜ਼ ਬੀਂਗ ਕੰਸੀਡਰ ਦੈਟ, ਤਾਂ ਇੱਥੋਂ ਤੱਕ ਜਿਹੜਾ ਆਪਾਂ ਸੈਂਟੈਂਸ ਬਣਾ ਦਿੱਤਾ ਹੈਗਾ ਇਟ ਇਜ਼ ਬੀਂਗ ਕੰਸੀਡਰ ਦੈਟ, ਇਹ ਮੰਨਿਆ ਜਾਂਦਾ ਹੈਗਾ। ਠੀਕ ਹੈ, ਮੰਨਿਆ ਜਾ ਰਿਹਾ ਹੈ ਇਹ ਕੀ ਆਪਣੇ ਕੋਲੇ ਜਿਹੜਾ ਪਾਸਟ ਕੰਟੀਨਿਊਸ ਹੋ ਗਿਆ। ਠੀਕ ਹੈ, ਪਾਸਟ ਕੰਟੀਨਿਊਸ ਟੈਂਸ ਹੋ ਗਿਆ। ਉਸ ਤੋਂ ਕੀ ਆ, ਮੈਟਰੋਪੋਲਿਸ ਹੈਵ ਬਿਕਮ ਟੂ ਲਾਰਜ, ਮੈਟਰੋਪੋਲਿਸ ਸਿਟੀਜ਼ ਦਾ ਜਿਹੜੇ ਸਿਨੋਨਿਮ ਹੈ ਟੂ ਲਾਰਜ। ਠੀਕ ਹੈ, ਬਿਗ ਨੂੰ ਆਪਾਂ ਕਨਵਰਟ ਕਰ ਦਿੱਤਾ ਟੂ ਲਾਰਜ ਦੇ ਵਿੱਚ, ਐਂਡ ਓਵਰ ਕਰਾਊਡਡ ਸੀਗਾ ਆਪਣੇ ਕੋਲ, ਆਪਾਂ ਓਵਰ ਪਾਪੂਲੇਟਡ ਕਰ ਦਿੱਤਾ। ਠੀਕ ਹੈ, ਮਤਲਬ ਆਪਾਂ ਵਕੈਬ ਵੀ ਕਰ ਰਹੇ ਹੈਗੇ ਆ ਔਰ ਸੈਂਟੈਂਸ ਵੇਰੀਏਸ਼ਨ ਵੀ।
ਬਿਕੋਜ਼ ਆਫ ਸਮ ਰੀਜ਼ਨ, ਕਿ ਕੁਛ ਜਿਹੜੇ ਰੀਜ਼ਨ ਹੈਗੇ ਉਹਨਾਂ ਨੇ ਆਪਾਂ ਨੂੰ ਕੀ ਪੁੱਛਿਆ, ਵਾਈ ਇਜ਼ ਦਿਸ ਕੇਸ, ਇਹ ਕਿਉਂ ਹੋ ਰਿਹਾ, ਤਾਂ ਆਪਾਂ ਕੀ ਲਿਖ ਦਿੱਤਾ ਕਿ ਕੁਛ ਰੀਜ਼ਨਸ ਦੇ ਕਰਕੇ ਹੋ ਰਿਹਾ। ਤਾਂ ਉਸ ਤੋਂ ਅੱਗੇ ਤੁਸੀਂ ਇਹ ਜਿਹੜੀ ਰੀਫਰੇਜ਼ ਹੋ ਗਈ, ਕਿਉਂਕਿ ਆਪਣੇ ਕੋਲ ਜਿਹੜੀ ਇੰਟਰੋ ਹੀ ਜਿਹੜੀ 1-2 ਲਾਈਨਸ ਦੀ ਹੈਗੀ, ਤਾਂ ਰੀਫਰੇਜ਼ ਆਪਣੀ 1-2 ਲਾਈਨ ਦੇ ਵਿੱਚ ਹੋਊਗੀ। ਉਸ ਤੋਂ ਬਾਅਦ ਕੀ ਆਪਾਂ ਜਿਹੜੀ ਕਿ ਐਡ ਕਰਦੇ ਹੁੰਦੇ ਥੀਸੀ ਲਾਈਨ। ਤਾਂ ਥੀਸੀ ਲਾਈਨ ਦੇਖੋ, आई विल नॉट ओनली डिस्कस, मैं जोड़ा इकला नॉट ओनली जोड़ा एंड बट ऑल्सो एक सिंपल वेरीएशन अपने को लाइक वो भी जो अपने को वेरीएशन का ही पार्ट है, ठीक है। तो अपने को आई विल नॉट ओनली डिस्कस वाई सिटीज़ फेस दीज चैलेंजेस, ठीक है, कि मैं जी ये चीज़ कली यही चीज़ नहीं डिस्कस करूँगा। वाई अपने को की हो गया, क्वेश्चन फॉर्म हो गया, वेरीएशन नोट कर लो, ठीक है। तो वाई अपने को जड़ा किया क्वेश्चन फॉर्म हो गया, और नॉट ओनली बट ऑल्सो वाला जो सेंटेंस आ अपने को सिंपल वेरीएशन के आ गया। सिटीज़ फेस दीज चैलेंज बट ऑल्सो गिव सम सोल्यूशन टू ओवरकम दिस प्रॉब्लम। तो मैं कल्ले उही मतलब कि कारण ही नहीं ये दसूँगा कि क्यों सिटीज़ ये चैलेंज फेस कर रही हैं, नाल दी नाल सोल्यूशन भी दसूँगा इस प्रॉब्लम को ओवरकम कर लिया। ओवरकम होंदा सॉल्व टैकल, ठीक है, ਜਿਹੜੇ सिनोनिम हैगे आ। मतलब रीफ्रेज के आप रीफ्रेज करते तो उस तो बाद थीसी लाइन के दस दिता आप कि जी ये चीज़ मैं मतलब कि नॉट ओनली बट ऑल्सो वाला सेंटेंस पा के जो 2 ऑप्शन होंगे उदों आप लगा दिता, ठीक है। वेरीएशन भी हो गई, वकैब भी हो गई अपनी कवर, ठीक है, इंट्रो के। हुण आप गल करांगे BP1 की। तो जे स्ट्रक्चर की गल करिए, ठीक है, तो अपने जो इंट्रो की तो यही होंगे, ठीक है, रीफ्रेज प्लस थीसी लाइन। स्ट्रक्चर के की अगर जो आप प्रॉब्लम सोल्यूशन की मतलब कि रीजन सोल्यूशन ऐसे की गल करिए, तो ये की आ 2 तरीके होंगे, ठीक है। एक तरीका तो तुसी किया, एक दे विच किया मतलब कि रीजन दसता, और दूसरे बीपी दे सोल्यूशन दसता, इदा हो जाता। जां फिर तुसी मतलब कि फुल जड़ा किया दोनों दे विच अपने की हैगे आ रीजन दसो, ठीक है, दोनों बीपीज़ दे विच, और सोल्यूशन एंड ते यानी कि तुसी जिथे अपना जो हैंस लगाया उत्ते जड़ा तुसी इस चीज़ का सोल्यूशन दे दो, जो रीजन दिता उत्ते उहदा सोल्यूशन, दूसरे बीपी दे विच भी इस तरह सेम तरीके नाल। बट आपां जिहड़ा करांगे वो एक अज जिहड़ा करन लगे ऐसे वो की है, एक दे विच तुसी मतलब कि रीजन दसना, एक बीपी दे विच सोल्यूशन दसना। तो आप जोड़ा कि कनैक्टर लगाया, ठीक है, कनैक्टर भी अपनी नीड से एक ऐसे दी टू एम्बार्क ऑन, कनैक्टर लगा देता, ठीक है। देर आर सैवरल रीजनस बिहाइंड दिस प्रॉब्लम, इस प्रॉब्लम के पीछे की है जोड़े काफ़ी रीजनस है। फर्स्ट एंड फॉरमोस्ट कनैक्टर लगा देता, फिर मतलब हर एक पॉइंट में एलैबोरेट करने लिए थोड़ा एक कनैक्टर की जी जरूरत पैंदी है। फर्स्ट एंड फॉरमोस्ट इज़ दैट अर्बनाइजेशन, ठीक है। उस तो अगे की आ टास्क स्टेटमेंट दे दी कि क्यों हो रहा, टू एक्सप्लेन इट। हुण इस एक लाइन में जोड़ा सीगा उन्होंने एक्सप्लेन करांगे कि ठीक है अर्बनाइजेशन किद्दां वर्क करती है। उस तो बाद की अपने को माइग्रेटिंग फ्रॉम रूरल टू अर्बन एरियाज, रूरल होंगे आ पेंडू, ठीक है, अर्बन एरियाज होंगे आ शहरी। देखो सिटीज़ वर्ड भी तुसी यूज़ कर सकते हैं, अर्बन एरियाज भी कर सकते हैं, रूरल भी कर सकते हैं, ठीक है, वो पेंडू खेतर लिए विलेज भी कर सकते हैं, ठीक है तुसी। तो उस तो की अर्बन एरियाज इन ऑर्डर टू अपने को एक कंपलैक्स सेंटेंस है, ठीक है। एक्सैस ऑफ हायर क्वालिटी अमैनिटीज़, तो आप की लगा देता एक्सप्लेन की कर देता कि माइग्रेटिंग होंदा जिहड़ा मूव करते हैं पेंडू खेतर तो सिटीज़ वालों, ठीक है। माइग्रेटिंग फ्रॉम रूरल टू अर्बन एरियाज इन ऑर्डर टू एक्सैस ऑफ हायर क्वालिटी अमैनिटीज़, कादी करके इन ऑर्डर टू एक्सैस ऑफ हायर मतलब कि वधिया क्वालिटी दी जिहड़ियां अमैनिटीज़ करके ये लोग माइग्रेट कर रहे हैं, ठीक है। रिजल्टिंग इन अ पॉपूलेशन एक्सप्लोजन इन सिटीज़, ठीक है। तो की होंदा गा पॉपूलेशन के की वाधा हो रहा सिटीज़ के, तो अपनी स्टेटमेंट यही कह रही थी कि ओवर क्राउडिड हो रही हैं, ठीक है, सिटीज़। ये होगी अपनी एक्सप्लेनेशन। तो उस तो की अपने को आ गया उस तो बाद एग्जाम्पल, ठीक है। फॉर एग्जाम्पल की अकॉर्डिंग टू अ सर्वे, आप की कर सकते हैं जी एग्जाम्पल हैगी अपनी वो सर्वे भी पा सकते हैं, स्टडी भी पा सकते हैं, ठीक है। कोई भी तुसी जी प्रडिक्शन पा सकते हैं, कोई फ्यूचर प्रडिक्शन हैगी है, कोई रिसर्च हैगी है वो पा सकते हैं, बस जी अपनी एग्जाम्पल वो पर्सनल ना हो, ठीक है। आप की किया कि एक जो सर्वे है कंडक्टेड बाय BBC न्यूज़ चैनल, जो एक सर्वे से BBC न्यूज़ चैनल वालों फाउंड किया गया, दैट की फाउंड किया 9 आउट ऑफ 10, 9 ये रेशो दसी एक मतलब कि जे 10 टीनेजर्स की गल की गई 9 आउट ऑफ 10 टीनेजर, ठीक है, टीनेजर की गल की स्पैशल मतलब 10 के विचों 9 जो टीनेजर है लिविंग इन द कंट्री साइड, जोड़े कंट्री साइड एरियाज के रह रहे, कंट्री साइड किहड़े होंगे अपने को रूरल, ठीक है, रूरल विजर अपने को एक विलेज कंट्री साइड, ये जोड़े कि अपने पेंडू खेतर लिए यूज़ किए जाते वर्ड्स, ठीक है। इन द कंट्री साइड आर
ਕੈਪਟੀਵੇਟਡ ਬਾਏ ਔਰਾ ਆਫ ਬਿਗ ਸਿਟੀਜ਼। ਤਾਂ ਜਿਹੜਾ ਕੈਪਟੀਵੇਟਡ ਵਰਡ ਹੈਗਾ ਉਹ ਆਪਾਂ ਜਿੱਦਾਂ ਕਹਿ ਦਿੰਦੇ ਹਾਂ ਕਿ ਆਪਾਂ ਕਿਸੇ ਚੀਜ਼ ਵੱਲ ਆਕਰਸ਼ਿਤ ਹੁੰਦੇ ਹਾਂ, ਉਹ ਠੀਕ ਹੈ ਕਿ ਜਿਹੜੇ ਕੰਟਰੀ ਸਾਈਡ ਵੱਲ ਰਹਿ ਰਹੇ ਆ ਉਹ ਕੀ ਜਿਹੜੇ ਆਕਰਸ਼ਿਤ ਹੋ ਰਹੇ ਆ, ਤਾਂ ਆਪਾਂ ਇੱਥੇ ਪੈਸਿਵ ਬਣਾ ਦਿੱਤਾ, ਠੀਕ ਹੈ। ਪੈਸਿਵ ਜਿਹੜਾ ਪ੍ਰੈਜ਼ੈਂਟ ਦੇ ਵਿੱਚ ਪੈਸਿਵ ਬਣਾ ਦਿੱਤਾ, ਸਿੰਪਲ, ਠੀਕ ਹੈ। ਆਰ ਕੈਪਟੀਵੇਟਡ ਬਾਏ, ਤਾਂ ਇਹ ਚੀਜ਼ ਲਗਾ ਕੇ ਜਿਹੜੀ ਥਰਡ ਫਾਰਮ ਲਗਾ ਕੇ ਆਪਾਂ ਜਿਹੜੀ ਮਤਲਬ ਕਿ ਹੈਲਪਿੰਗ ਵਰਬ ਲਗਾ ਕੇ ਬਣਾਉਂਦੇ ਹੁੰਦੇ ਉਹ ਆਪਣਾ ਪੈਸਿਵ ਬਣ ਗਿਆ, ਠੀਕ ਹੈ। ਤਾਂ ਔਰ ਆਫ ਬਿਗ ਸਿਟੀਜ਼, ਤਾਂ ਜਿਹੜੀ ਬਿਗ ਸਿਟੀਜ਼ ਦੀ ਜਿਹੜੀ ਮਤਲਬ ਕਿ ਹੈਗਾ ਗਾ ਉਹਦੇ ਵੱਲ ਕੀ ਉਹ ਆਕਰਸ਼ਿਤ ਹੁੰਦੇ ਆ। ਆਰ ਲਾਈਕਲੀ ਟੂ ਰੀਸੈਟਲ ਇਨ ਟਾਊਨਸ, ਤਾਂ ਉਹ ਕੀ ਆਪਣੇ ਆਪ ਨੂੰ ਰੀਸੈਟਲ ਕਰਨਾ ਚਾਹੁੰਦੇ ਆ, ਯਾਨੀ ਕਿ ਜਿੱਥੇ ਉਹ ਸੈਟਲ ਹੈਗੇ ਆ ਕੰਟਰੀ ਸਾਈਡ 'ਤੇ ਉੱਥੇ ਕੀ ਆ ਉਹ ਨਹੀਂ ਰਹਿਣਾ ਚਾਹੁੰਦੇ, ਉਹ ਕੀ ਕਰਨਾ ਚਾਹੁੰਦੇ ਆਪਣੇ ਟਾਊਨਸ 'ਚ। ਆਪਾਂ ਸਿਟੀਜ਼ ਦੇ ਵੱਲ ਨੂੰ ਸਾਰੇ ਸਿਟੀਜ਼ ਦਾ ਹੀ ਵਰਡ ਯੂਜ਼ ਕੀਤਾ ਟਾਊਨ, ਤਾਂ ਉਹ ਕੀ ਆਪਣੇ ਆਪ ਨੂੰ ਚਾਹੁੰਦੇ ਹੈਗੇ ਆ ਰੀਸੈਟਲ ਕਰਨਾ ਟਾਊਨਸ ਦੇ ਵਿੱਚ, ਠੀਕ ਹੈ। ਇਹ ਆਪਣੀ ਜਿਹੜੀ ਐਗਜ਼ਾਮਪਲ ਹੋ ਗਈ। ਉਸ ਤੋਂ ਅੱਗੇ ਆਪਣੇ ਕੋਲ ਕੀ ਹੈਗਾ ਹੈਂਸ, ਹੈਂਸ ਜਾਣੀ ਕਿ ਰਿਜ਼ਲਟ, ਤਾਂ ਆਪਾਂ ਜਿਹੜਾ ਹੈਂਸ ਲਗਾ ਕੇ ਕੌਮਾ, ਇਹ ਇੱਕ ਕਨੈਕਟਰ ਹੈ ਹੈਂਸ। ਮਾਈਗ੍ਰੇਸ਼ਨ ਮੇਕਸ ਸਿਟੀ ਓਵਰ ਕਰਾਊਡਡ, ਤਾਂ ਰੀਜ਼ਨ ਪੁੱਛਿਆ ਸੀ ਨਾ ਆਪਾਂ ਨੂੰ, ਜਾਣੀ ਕਿ ਕੀ ਰੀਜ਼ਨ ਸੀਗਾ, ਤੇ ਆਪਾਂ ਰਿਜ਼ਲਟ ਕਰ ਦਿੱਤਾ ਕਿ ਜਿਹੜੇ ਕੀ ਆ ਮਾਈਗ੍ਰੇਸ਼ਨ ਟ੍ਰੈਂਡ ਹੈਗਾ ਗਾ ਉਹ ਬਣਾਉਂਦਾ ਹੈਗਾ ਓਵਰ ਕਰਾਊਡਡ ਸਿਟੀਜ਼ ਨੂੰ। ਤਾਂ ਦੇਖੋ PP1 ਦੇ ਵਿੱਚ ਆਪਾਂ ਸਾਰੀ ਚੀਜ਼ ਐਕਸਪਲੇਨ ਕਰ ਦਿੱਤੀ ਕਿ ਕਾਫੀ ਜਿਹੜੇ ਰੀਜ਼ਨ ਆ, ਪਹਿਲਾਂ ਬੇਸਿਕ ਲਾਈਨ ਲਿਖਤੀ, ਉਸ ਤੋਂ ਬਾਅਦ ਜਿਹੜਾ ਮੇਨ ਰੀਜ਼ਨ ਆ ਉਹ ਦੱਸਦਾ ਕਿ ਜਿਹੜਾ ਮਾਈਗ੍ਰੇਸ਼ਨ ਟ੍ਰੈਂਡ ਹੈਗਾ ਉਹ ਵਾਲੀ ਚੀਜ਼ ਹੈਗੀ ਹੈ, ਠੀਕ ਹੈ। ਤਾਂ ਉਸ ਤੋਂ ਅੱਗੇ ਐਗਜ਼ਾਮਪਲ ਵੀ ਦੇ ਦਿੱਤੀ ਕਿ ਜਿਹੜੇ ਟੀਨਏਜਰ ਹੈਗੇ ਆ ਉਹ ਜਿਹੜੇ ਮਤਲਬ ਕਿ ਜਾ ਰਹੇ ਹੈਗੇ ਆ, ਠੀਕ ਹੈ। ਕਾਹਦੇ ਲਈ ਜਾ ਰਹੇ ਉਹ ਵੀ ਜਿਹੜੇ ਹਾਇਰ ਕੁਆਲਿਟੀਜ਼ ਤੇ ਅਮੈਨਿਟੀਜ਼ ਆ, ਤਾਂ ਆਪਾਂ ਲਿਖਤਾ ਕੈਪਟੀਵੇਟਡ ਵਰਡ, ਮਤਲਬ ਕਿ ਉਹਨਾਂ ਨੂੰ ਆਕਰਸ਼ਿਤ ਕਰਦੀਆਂ ਸਿਟੀਜ਼, ਕੀ ਆਕਰਸ਼ਿਤ ਕਰਦੀਆਂ ਜਿਹੜੀਆਂ ਵਧੀਆ ਫੈਸਿਲਿਟੀਜ਼ ਹੈਗੀਆਂ ਉੱਥੇ ਉਹ ਉਹਨਾਂ ਨੂੰ ਆਕਰਸ਼ਿਤ ਕਰਦੀਆਂ, ਠੀਕ ਹੈ। ਤੇ ਤਾਂ ਕਿ ਉਹ ਪ੍ਰੈਫਰ ਕਰਦੇ ਹੈਗੇ ਆਪਣੇ ਆਪ ਨੂੰ ਚਾਹੁੰਦੇ ਆ ਕਿ ਰੀਸੈਟਲ ਕਰ ਲੈਣ ਸਿਟੀਜ਼ ਦੇ ਵਿੱਚ, ਠੀਕ ਹੈ। ਇਹ ਹੋ ਗਿਆ ਆਪਣਾ BP1। ਹੁਣ ਆਪਾਂ ਚੱਲਣਾ ਕੀ ਹੈ ਸੋਲਿਊਸ਼ਨ ਵੱਲ। ਇਸ ਜਿਹੜਾ ਟ੍ਰੈਂਡ ਹੈਗਾ ਇਹਦਾ ਸੋਲਿਊਸ਼ਨ ਕਿੱਦਾਂ ਆਪਾਂ ਜਿਹੜਾ ਕਰ ਸਕਦੇ ਹਾਂ, ਠੀਕ ਹੈ। ਤਾਂ ਉਹਦੇ ਲਈ ਆਪਾਂ ਕੀ ਕੀਤਾ, ਹਾਊਐਵਰ ਲਗਾਇਆ, ਕੌਮਾ ਲਗਾ ਦਿੱਤਾ, ਠੀਕ ਹੈ। ਸ਼ਿਫਟਿੰਗ ਟੂਵਰਡ ਦਾ ਸੋਲਿਊਸ਼ਨ ਟੂ ਟੈਕਲ ਦਿਸ ਪ੍ਰੋਬਲਮ, ਦੇਖੋ ਸੋਲਵ, ਟੈਕਲ, ਠੀਕ ਹੈ, ਓਵਰਕਮ, ਇਹ ਜਿਹੜੇ ਸਿਨੋਨਿਮ ਹੈਗੇ ਆ, ਮਤਲਬ ਕੀ ਆ ਵਕੈਬ ਹੈਗੀ ਆ। ਤਾਂ ਆਪਣੇ ਕੋਲ ਕੀ ਆ ਗਵਰਨਮੈਂਟ ਹੈਜ਼ ਅ ਲੋਟ ਆਫ ਆਪਸ਼ਨਸ ਟੂ ਸੋਲਵ ਦਿਸ ਇਸ਼ੂ, ਪਹਿਲਾਂ ਟੈਕਲ ਲਿਖ ਦਿੱਤਾ, ਹੁਣ ਸੋਲਵ ਲਿਖ ਦਿੱਤਾ, ਠੀਕ ਹੈ ਕਿ ਇਸ਼ੂ, ਫਿਰ ਪਹਿਲਾਂ ਪ੍ਰੋਬਲਮ ਲਿਖ ਦਿੱਤਾ ਸੀਗਾ, ਹੁਣ ਆਪਾਂ ਇਸ਼ੂ ਲਿਖ ਦਿੱਤਾ, ਠੀਕ ਹੈ। ਹੁਣ ਆਪਾਂ ਗਵਰਨਮੈਂਟ ਲਿਖਿਆ ਤਾਂ ਅੱਗੇ ਕੀ ਆਪਾਂ ਅਥਾਰਟੀ ਵਰਡ ਯੂਜ਼ ਕਰ ਲਾਂਗੇ, ਠੀਕ ਹੈ, ਲਾਅ ਮੇਕਰ ਯੂਜ਼ ਕਰ ਲਾਂਗੇ। ਇਸ ਤਰੀਕੇ ਨਾਲ ਜਿਹੜੀ ਆਪਣੀ ਵਕੈਬ ਇੰਪਰੂਵ ਹੁੰਦੀ ਹੈ। ਫਰਸਟਲੀ ਪਹਿਲਾਂ ਆਪਾਂ ਕੀ ਹੈ ਜਿਹੜਾ ਸੋਲਿਊਸ਼ਨ ਕੀ ਹੈ, ਫਰਸਟਲੀ ਕੀ ਕਰ ਸਕਦੀ ਲਾਅ ਮੇਕਰ, ਆਪਾਂ ਕਹਿ ਦਿੱਤਾ ਬੇਸਿਕ ਲਾਈਨ ਦੇ ਵਿੱਚ ਕਿ ਲਾਅ ਮੇਕਰ ਕੋਲ ਕਾਫੀ ਜਿਹੜੇ ਮਤਲਬ ਕਿ ਆਪਸ਼ਨਸ ਹੈਗੀਆਂ ਸੋਲਵ ਕਰਨ ਲਈ ਇਸ ਇਸ਼ੂ ਨੂੰ। ਤਾਂ ਫਰਸਟਲੀ ਉਹ ਕਰ ਕੀ ਸਕਦੀ ਹੈ, ਠੀਕ ਹੈ, ਲਾਅ ਮੇਕਰ ਸ਼ੁੱਡ ਪ੍ਰੋਵਾਈਡ ਬੈਟਰ ਫੈਸਿਲਿਟੀਜ਼ ਟੂ ਵਿਲੇਜਰਸ, ਕਿ ਜਿਹੜੇ ਵਿਲੇਜ ਦੇ ਲੋਕ ਹੈਗੇ ਆ ਉਹਨਾਂ ਮਤਲਬ ਕਿ ਲਾਅ ਮੇਕਰ ਨੂੰ ਕੀ ਚਾਹੀਦਾ ਕਿ ਉਹ ਕੀ ਬੈਟਰ ਫੈਸਿਲਿਟੀਜ਼ ਪ੍ਰੋਵਾਈਡ ਕਰਾਉਣ, ਮਤਲਬ ਕਿ ਉਹਨਾਂ ਨੂੰ ਉਹ ਵਧੀਆ ਫੈਸਿਲਿਟੀਜ਼ ਦੇ ਲਈ ਹੀ ਆਪਣੇ ਜਿਹੜੇ ਪੇਂਡੂ ਖੇਤਰ ਨੂੰ ਛੱਡ ਕੇ ਸ਼ਹਿਰਾਂ ਵੱਲ ਨੂੰ ਮੂਵ ਕਰ ਰਹੇ ਨਾ। ਇਹੀ ਚੀਜ਼ ਆਪਾਂ ਸੋਲਿਊਸ਼ਨ ਦਿੱਤਾ ਇਸੇ ਚੀਜ਼ ਦਾ ਕਿ ਜੇ ਅਗਰ ਉਹ ਮਤਲਬ ਕਿ ਬੈਟਰ ਫੈਸਿਲਿਟੀਜ਼ ਪਿੰਡਾਂ ਦੇ ਵਿੱਚ ਹੀ ਪ੍ਰੋਵਾਈਡ ਹੋਣੀਆਂ ਤਾਂ ਨਹੀਂ ਜਾਣਗੇ ਲੋਕ, ਠੀਕ ਹੈ। ਟੂ ਇਲੂਸਟ੍ਰੇਟਿਡ ਮਤਲਬ ਕੀ ਹੈ ਇਸੇ ਚੀਜ਼ ਨੂੰ ਐਕਸਪਲੇਨ ਕਰਨਾ, ਜੋ ਟਾਸਕ ਸਟੇਟਮੈਂਟ ਦਿੱਤੀ ਆ ਉਸ ਨੂੰ ਸਪੋਰਟ ਕਰਨਾ। ਤਾਂ ਹੁਣ ਆਪਾਂ ਕੀ ਹੈ ਕੰਡੀਸ਼ਨਲ ਸੈਂਟੈਂਸ ਜਿਹੜਾ ਯੂਜ਼ ਕਰਨ ਲੱਗੇ ਹਾਂ, ਠੀਕ ਹੈ। ਕੰਡੀਸ਼ਨਲ ਕੀ ਆ, ਇਫ ਅਥਾਰਟੀ ਗਿਵ ਇਨਫ ਅਮੈਨਿਟੀਜ਼, ਦੇਖੋ ਕਿਤੇ ਫੈਸਿਲਿਟੀਜ਼ ਵਰਡ ਯੂਜ਼ ਕਰ ਸਕਦੇ ਹਾਂ, ਕਿਤੇ ਅਮੈਨਿਟੀਜ਼ ਕਰ ਸਕਦੇ ਹਾਂ, ਠੀਕ ਹੈ। ਟੂ ਦੇਅਰ ਸਿਟੀਜ਼ਨਸ, ਅਗਰ ਜੇ ਸਿਟੀਜ਼ਨਸ ਨੂੰ ਉਹ ਕੀ ਕਰਦੀ ਹੈਗੀ ਆ ਇਨਫ ਜਿਹੜੀਆਂ ਫੈਸਿਲਿਟੀਜ਼ ਦਿੰਦੀ ਹੈਗੀ ਆ, ਅਮੈਨਿਟੀਜ਼ ਦਿੰਦੀ ਹੈਗੀ ਆ, ਦੈਨ ਪੀਪਲ ਵਿਲ ਨੋਟ ਗਿਵ ਪ੍ਰੈਫਰੈਂਸ ਟੂ ਸਟੇ ਇਨ ਸਿਟੀਜ਼, ਤਾਂ ਲੋਕ ਕੀ ਕਰਨਗੇ ਮਤਲਬ ਕਿ ਨਹੀਂ ਪ੍ਰੈਫਰ ਕਰਨਗੇ ਉਹ ਮਤਲਬ ਸਿਟੀਜ਼ ਦੇ ਵਿੱਚ ਰਹਿਣਾ, ਕਿਉਂਕਿ ਜੇ ਉਹੀ ਚੀਜ਼ ਉਹਨਾਂ ਨੂੰ ਪਿੰਡਾਂ ਦੇ ਵਿੱਚ ਵੀ ਮਿਲ ਰਹੀ ਹੈ ਤਾਂ ਉਹ ਨਹੀਂ ਮਤਲਬ ਕਿ ਪਿੰਡ ਛੱਡਣਗੇ, ਠੀਕ ਹੈ, ਸ਼ਹਿਰਾਂ ਵੱਲ ਨੂੰ ਨਹੀਂ ਮੂਵ ਕਰਨਗੇ। ਤਾਂ ਉਹ ਚੀਜ਼ ਆਪਾਂ ਜਿਹੜੀ ਲੈਬੋਰੇਸ਼ਨ ਦੇ ਵਿੱਚ ਦੱਸ ਦਿੱਤੀ। ਹੁਣ ਆਪਾਂ ਐਗਜ਼ਾਮਪਲ ਲਈ ਜਿਹੜਾ ਕਨੈਕਟਰ ਯੂਜ਼ ਕਰ ਰਹੇ ਹਾਂ, ਵਨ ਕਲੀਅਰ ਐਗਜ਼ਾਮਪਲ, ਜਿਹੜੀ ਇੱਕ ਜਿਹੜੀ ਕਲੀਅਰ ਐਗਜ਼ਾਮਪਲ ਦੇਣ ਲੱਗੀਆਂ, ਇੰਡੀਅਨ ਗੌਰਮੈਂਟ ਪ੍ਰਮੋਟ ਮੋਰ ਇੰਡਸਟਰੀਜ਼, ਜਿਹੜੀ ਇੰਡੀਅਨ ਗੌਰਮੈਂਟ ਹੈਗੀ ਆ ਉਹ ਇੰਡਸਟਰੀਜ਼ ਨੂੰ ਜ਼ਿਆਦਾ ਇੰਡਸਟਰੀ ਨੂੰ ਪ੍ਰਮੋਟ ਕਰ ਰਹੀ ਆ ਇਨਟੂ ਵਿਲੇਜਸ, ਠੀਕ ਹੈ, ਉਹ ਵਿਲੇਜ ਏਰੀਆਜ਼ ਦੇ ਵਿੱਚ, ਇਨਟੂ ਵਿਲੇਜ ਏਰੀਆਜ਼ ਐਜ਼ ਕੰਪੇਅਰ ਟੂ ਸਿਟੀਜ਼ ਦੇ ਕੰਪੈਰੀਜ਼ਨ 'ਚ, ਠੀਕ ਹੈ। ਮੋਰ ਇੰਡਸਟਰੀ ਜਦੋਂ ਕਿ ਆਪਾਂ ਕੰਪੈਰੀਜ਼ਨ ਕਰਨਾ ਹੋਵੇ ਦੋ ਚੀਜ਼ਾਂ ਦਾ ਉਦੋਂ ਆਪਾਂ ਲਗਾਉਂਦੇ ਹਾਂ ਐਜ਼ ਕੰਪੇਅਰ ਟੂ, ਜਿਹੜਾ ਕਿ ਕੰਪਲੈਕਸ ਸੈਂਟੈਂਸ ਆਪਣੇ ਕੋਲ, ਠੀਕ ਹੈ। ਐਜ਼ ਕੰਪੇਅਰ ਟੂ ਮਤਲਬ ਕੀ ਕਰ ਰਹੇ ਮੋਰ ਜਿਹੜੀਆਂ ਜ਼ਿਆਦਾ ਇੰਡਸਟਰੀਜ਼ ਕੀ ਆ ਉਹ ਵਿਲੇਜ ਦੇ ਵਿੱਚ ਪ੍ਰਮੋਟ ਕਰ ਰਹੀ ਹੈਗੀ ਆ, ਕੁਛ ਕਰ ਰਹੀ ਹੈਗੀ ਹੈ ਸ਼ਹਿਰਾਂ ਦੇ ਵਿੱਚ ਵੀ, ਪਰ ਜ਼ਿਆਦਾ ਕੀ ਆ ਪਿੰਡਾਂ ਦੇ ਵਿੱਚ ਕਰ ਰਹੀ ਹੈ। ਕਾਹਦੇ ਲਈ, ਇੰਪਲੋਇਮੈਂਟ ਓਪਰਚੁਨਿਟੀਜ਼ ਦੇ ਲਈ। ਟੂ ਪ੍ਰੋਵਾਈਡ ਇੰਪਲੋਇਮੈਂਟ ਓਪਰਚੁਨਿਟੀਜ਼ ਟੂ ਪੀਪਲ, ਕਿ ਇੰਪਲੋਇਮੈਂਟ ਦੀਆਂ ਜਿਹੜੀਆਂ ਓਪਰਚੁਨਿਟੀਜ਼ ਚਾਂਸ ਹੈਗੇ, ਰੁਜ਼ਗਾਰ ਦੇ ਚਾਂਸ ਜਿਹੜੇ ਆ ਲੋਕਾਂ ਨੂੰ ਪ੍ਰੋਵਾਈਡ ਕਰਵਾਉਣ ਦੇ ਲਈ, ਠੀਕ ਹੈ। ਇਸ ਕਰਕੇ ਇੰਡੀਅਨ ਗੌਰਮੈਂਟ ਜਿਹੜੀ ਆ ਇੰਡਸਟਰੀ ਨੂੰ ਪ੍ਰਮੋਟ ਕਰ ਰਹੀ ਆ। ਉਸ ਤੋਂ ਅੱਗੇ ਆਪਾਂ ਜਿਹੜਾ ਇਹਦਾ ਰਿਜ਼ਲਟ ਲਗਾਤਾ, ਹੈਂਸ ਇਟ ਵੁੱਡ ਬੀ ਬੈਨੀਫੀਸ਼ੀਅਲ ਟੂ ਕੰਟਰੋਲ ਮਾਈਗ੍ਰੇਸ਼ਨ ਟ੍ਰੈਂਡ ਅਮੰਗ ਇੰਡੀਵਿਜੂਅਲ, ਕਿ ਜਿਹੜਾ ਇੰਡੀਵਿਜੂਅਲ ਦੇ ਅਮੰਗ ਜਿਹੜਾ ਟ੍ਰੈਂਡ ਮਾਈਗ੍ਰੇਸ਼ਨ ਦਾ ਜਿਹੜਾ ਫੈਲਿਆ ਹੋਇਆ ਉਸ ਨੂੰ ਕੰਟਰੋਲ ਕਰਨ ਦੇ ਵਿੱਚ ਇਹ ਬੈਨੀਫੀਸ਼ੀਅਲ ਹੋਏਗਾ, ਵੁੱਡ ਬੀ ਬੈਨੀਫੀਸ਼ੀਅਲ ਹੋਏਗਾ, ਠੀਕ ਹੈ। ਤਾਂ ਇਹ ਹੋ ਗਿਆ ਆਪਣਾ ਸੋਲਿਊਸ਼ਨ ਕਿ ਗਵਰਨਮੈਂਟ ਕੀ ਕਰ ਸਕਦੀ, ਇੱਕ ਪ੍ਰੋਬਲਮ ਦੱਸਦੀ, ਇੱਕ ਸੋਲਿਊਸ਼ਨ ਦੱਸ ਦਿੱਤਾ, ਠੀਕ ਹੈ। ਉਸ ਤੋਂ ਬਾਅਦ ਹੁਣ ਆਪਾਂ ਇਹਦਾ ਕਨਕਲੂਜਨ ਕਰਾਂਗੇ, ਠੀਕ ਹੈ। ਟੂ ਕਨਕਲੂਡ ਇਟ, ਆਪਾਂ ਜਿਹੜਾ ਮਤਲਬ ਕਿ ਕਨਕਲੂਜਨ ਦੇ ਲਈ ਇੱਕ ਜਿਹੜਾ ਕਨੈਕਟਰ ਯੂਜ਼ ਕੀਤਾ, although there are numerous reasons,
ਕਿ ਭਾਵੇਂ ਜਿਹੜੇ ਕਾਫੀ ਰੀਜ਼ਨ ਹੈਗੇ ਆਲਦੋ ਯੈਟ ਇੱਕ ਕੰਪਲੈਕਸ ਸੈਂਟੈਂਸ ਆ ਭਾਵੇਂ ਔਰ ਫਿਰ ਵੀ ਇਹਦਾ ਜਿਹੜਾ ਮੀਨਿੰਗ ਹੈਗਾ ਪੰਜਾਬੀ 'ਚ, ਠੀਕ ਹੈ। ਨਿਊਮਰਸ ਰੀਜ਼ਨ ਵਿਚ ਕੰਟਰੀਬਿਊਟ ਟੂ ਦਿਸ ਇਸ਼ੂ, ਜਿਹੜਾ ਇਸ ਇਸ਼ੂ ਨੂੰ ਕੰਟਰੀਬਿਊਟ ਕਰਦਾ, ਮਤਲਬ ਚਾਹੇ ਕਾਫੀ ਰੀਜ਼ਨ ਹੈਗੇ ਇਹਦੇ ਮਗਰ ਕਿ ਉਹ ਜਿਹੜਾ ਕੰਟਰੀਬਿਊਟ ਕਰ ਰਹੇ ਹੈਗੇ ਇਸ ਇਸ਼ੂ ਨੂੰ, ਯੋਗਦਾਨ ਦੇ ਰਹੇ ਆਪਣਾ, ਠੀਕ ਹੈ। ਯੈਟ ਗੌਰਮੈਂਟ ਕੈਨ ਟੈਕਲ ਸਮ, ਗੌਰਮੈਂਟ ਕੈਨ ਟੇਕ ਮਤਲਬ ਕਿ ਕੁਛ ਜਿਹੜੇ ਸਮ ਐਕਸ਼ਨਸ ਟੂ ਓਵਰਕਮ, ਕਿ ਇਸ ਪ੍ਰੋਬਲਮ ਨੂੰ ਓਵਰਕਮ ਕਰਨ ਦੇ ਲਈ ਕੀ ਹੈ ਗੌਰਮੈਂਟ ਕੀ ਕਰ ਸਕਦੀ ਹੈ, ਕੁਛ ਜਿਹੜੇ ਐਕਸ਼ਨ ਜਿਹੜੇ ਹੈਗੇ ਆ ਲੈ ਸਕਦੀ ਹੈਗੀ ਹੈ, ਠੀਕ ਹੈ। ਇਹ ਆਪਾਂ ਜਿਹੜਾ ਕਨਕਲੂਜ਼ਨ ਦੇ ਦਿੱਤਾ। ਤਾਂ ਦੇਖੋ ਆਪਣਾ ਜਿਹੜਾ ਫੁੱਲ ਸੈਂਪਲ ਆਂਸਰ ਆ ਕਿ ਆਪਾਂ ਹਰ ਇੱਕ ਟਾਈਪ ਦੀ ਜਿਹੜੀ ਵੇਰੀਏਸ਼ਨ ਐਡ ਕੀਤੀ ਆ, ਕਨੈਕਟਰਸ ਐਡ ਕੀਤੇ ਆ। ਤਾਂ ਹੁਣ ਤੁਸੀਂ ਦੇਖੋ ਆਪਣੇ ਕੋਲ ਜਿਹੜੀ ਕੰਪਲੀਟ ਹੋ ਗਈਆਂ, ਸਟਰਕਚਰ ਹੋ ਗਿਆ ਆਪਣੇ ਕੋਲ, ਠੀਕ ਹੈ। ਸਟਰਕਚਰ ਤੁਹਾਨੂੰ ਦੱਸਦਾ ਕਿ ਕਿੱਦਾਂ ਜਿਹੜਾ BP1 ਦੇ ਵਿੱਚ ਆਪਾਂ 5 ਪੁਆਇੰਟਸ ਜਿਹੜੇ ਫੋਲੋ ਕਰਨੇ ਆ, ਟਾਸਕ, ਸਟੇਟਮੈਂਟ, ਠੀਕ ਹੈ, ਐਲੈਬੋਰੇਸ਼ਨ, ਐਗਜ਼ਾਮਪਲ, ਰਿਜ਼ਲਟ, ਬੇਸਿਕ ਲਾਈਨ, ਠੀਕ ਹੈ, ਉਹ ਸਾਰਾ ਕੁਝ ਜਿਹੜਾ ਦੱਸਦਾ। ਰੀਫਰੇਸ, ਤੀਸਰੀ ਲਾਈਨ ਕੀਤੀ, ਉਸ ਤੋਂ ਬਾਅਦ ਕਨਕਲੂਜ਼ਨ ਦਿੱਤਾ, ਪ੍ਰੋਪਰ ਸਟਰਕਚਰ ਜਿਹੜਾ ਯੂਜ਼ ਕੀਤਾ ਹੈਗਾ ਗਾ। ਤਾਂ ਸਟਰਕਚਰ ਦੇ ਵਿੱਚ ਇਹ ਵੀ ਚੀਜ਼ ਆ ਜਾਂਦੀ ਹੈਗੀ ਕਿ ਤੁਸੀਂ ਕਿਹੜਾ ਸਟਰਕਚਰ ਜਿਹੜਾ ਯੂਜ਼ ਕਰ ਰਹੇ ਹੋ। ਜਿੱਦਾਂ ਕਿ ਆਪਣੇ ਕੋਲ ਕੀ ਹੈਗੀ ਆ, ਪ੍ਰੋਬਲਮ ਆਪਾਂ ਇੱਕ ਦੇ ਵਿੱਚ ਦੱਸੀਏ, ਸੋਲੂਸ਼ਨ ਇੱਕ ਦੇ ਵਿੱਚ। ਅਗਰ ਤੁਸੀਂ ਉਸੇ ਦੇ ਵਿੱਚ ਪ੍ਰੋਬਲਮ ਲਿਖ ਕੇ ਨੀਚੇ ਸੋਲੂਸ਼ਨ ਦਿੰਦੇ ਆ ਉਸੇ BP ਦੇ ਵਿੱਚ, ਉਹ ਵੀ ਇੱਕ ਸਟਰਕਚਰ ਹੈ, ਠੀਕ ਹੈ। ਕਿਹੜਾ ਸਟਰਕਚਰ ਫੋਲੋ ਕਰਦੇ ਹੋ ਜੀ, ਸਟਰਕਚਰ ਵੀ ਆਪਣਾ ਜਿਹੜਾ ਐਸੇ ਦੇ ਵਿੱਚ ਫੋਲੋ ਹੋ ਗਿਆ, ਠੀਕ ਹੈ। ਸੈਕਿੰਡ ਨੀਡ ਸੀਗੀ ਆਪਣੀ ਸੈਂਟੈਂਸ ਵੇਰੀਏਸ਼ਨ, ਠੀਕ ਹੈ। ਤਾਂ ਸੈਂਟੈਂਸ ਵੇਰੀਏਸ਼ਨ ਆਪਾਂ ਜਿਹੜੀ ਜਿੰਨੀ ਵੀ ਟਾਈਪਸ ਦੀ ਇੱਥੇ ਲਿਖੀ ਹੈਗੀ ਹੈ ਤਾਂ ਆਪਾਂ ਹਰ ਟਾਈਪ ਦੀ ਜਿਹੜੀ ਯੂਜ਼ ਕਰ ਲਈ ਸੀਗੀ, ਠੀਕ ਹੈ। ਇੱਕ ਮਿੰਟ ਦੇਖੋ, ਜਿਹੜੀ ਆਪਣੇ ਕੋਲ ਸੈਂਟੈਂਸ ਵੇਰੀਏਸ਼ਨ ਸੀਗੀ ਆਪਾਂ ਪੈਸਿਵ ਵੌਇਸ ਵੀ ਕਰ ਦਿੱਤਾ ਸੀ, ਇੱਕ ਦੋ ਜਗ੍ਹਾ 'ਤੇ ਇੱਕ ਵਾਰੀ ਆਪਾਂ ਜਿਹੜਾ ਮਤਲਬ ਕਿ ਸਿੰਪਲ ਕਰ ਦਿੱਤਾ ਸੀ, ਇੱਕ ਜਗ੍ਹਾ 'ਤੇ ਆਪਾਂ ਜਿਹੜਾ ਕੰਟੀਨਿਊਸ ਵਾਲਾ ਵੀ ਕਰ ਦਿੱਤਾ ਸੀਗਾ, ਹੈ ਨਾ। ਤਾਂ ਇਹ ਆਪਣੇ ਕੋਲ ਪੈਸਿਵ ਵੌਇਸ ਹੋ ਗਈ ਸੀ। ਉਸ ਤੋਂ ਬਾਅਦ ਕੰਪਲੈਕਸ ਸੈਂਟੈਂਸ ਵੀ ਆਪਾਂ ਕਾਫੀ ਬਣਾਏ, ਜਿੱਦਾਂ ਇਨ ਆਰਡਰ ਟੂ, ਐਜ਼ ਕੰਪੇਅਰ ਟੂ, ਆਲ ਦੋ, ਜੈਟ ਕੰਪਲੈਕਸ ਸੈਂਟੈਂਸ ਵੀ ਆਪਣੇ ਹੋ ਗਏ ਸੀ, ਠੀਕ ਹੈ। ਤਾਂ ਕੰਡੀਸ਼ਨਲ ਸੈਂਟੈਂਸ ਵੀ ਆਪਾਂ ਇਫ ਵਾਲਾ ਲਗਾ ਕੇ ਜਿਹੜਾ ਬਣਾਇਆ ਸੀਗਾ ਉਹ ਵੀ ਹੋ ਗਿਆ ਸੀ ਆਪਣਾ। ਤਾਂ ਕੁਐਸਚਨ ਫਾਰਮ ਦੇ ਵਿੱਚ ਕੀ ਆਪਾਂ ਜਿਹੜਾ ਵਾਈ ਵਾਲਾ ਲਗਾਇਆ ਹੈਗਾ, ਵਾਈ, ਠੀਕ ਹੈ, ਵੀ ਮਤਲਬ ਇਹ ਪ੍ਰੋਬਲਮ ਥੀਸੀ ਲਾਈਨ ਦੇ ਵਿੱਚ ਵੀ ਜਿਹੜਾ ਆਪਾਂ ਜਿਹੜੀ ਕੁਐਸਚਨ ਫਾਰਮ ਯੂਜ਼ ਕੀਤੀ ਸੀਗੀ, ਠੀਕ ਹੈ। ਉਸ ਤੋਂ ਅੱਗੇ ਆਪਣੇ ਕੋਲ ਕੀ ਹੈਗੀ ਸਿੰਪਲ ਵੇਰੀਏਸ਼ਨ, ਜਿਹੜਾ ਆਪਣੇ ਕੋਲੇ ਬਟ ਨੋਟ ਓਨਲੀ ਬਟ ਆਲਸੋ ਵਾਲਾ ਸੈਂਟੈਂਸ ਸੀ ਉਹ ਵੀ ਆਪਾਂ ਐਡ ਕੀਤਾ ਸੀਗਾ। ਕਾਫੀ ਟਾਈਪ ਦੇ ਸੈਂਟੈਂਸ ਹੈਗੇ, ਇਹਨਾਂ ਵਿੱਚ ਵੀ ਅੱਗੇ ਜਿਹੜੀਆਂ ਕਾਫੀ ਟਾਈਪਸ ਆ ਜਾਂਦੀਆਂ, ਜਿੱਦਾਂ ਹੁਣ ਕੰਪਲੈਕਸ ਸੈਂਟੈਂਸ ਹੀ ਲਾ ਲਓ, ਉਹਦੇ ਵਿੱਚ ਕਾਫੀ ਜਿਹੜੇ ਹੈਗੇ ਆ ਰੈਦਰ ਦੈਨ, ਠੀਕ ਹੈ, ਇੰਸਟੈਡ ਆਫ, ਤਾਂ ਉਹ ਜਿਹੜੇ ਕਾਫੀ ਆਪਣੇ ਕੋਲੇ ਬਣ ਜਾਂਦੀਆਂ ਸੈਂਟੈਂਸ ਵੇਰੀਏਸ਼ਨ। ਤੇ ਅੱਜ ਦੀ ਟਾਸਕ ਵਿੱਚ ਆਪਾਂ ਸੈਂਟੈਂਸ ਵੇਰੀਏਸ਼ਨ ਵੀ ਜਿਹੜੀਆਂ ਓਕੇ ਕਰ ਦਿੱਤੀਆਂ। ਉਸ ਤੋਂ ਬਾਅਦ ਕਨੈਕਟਰਸ, ਤਾਂ ਆਪਾਂ ਹਰ ਇੱਕ ਜਿਹੜਾ ਪੁਆਇੰਟ ਲਿਖਣ ਲਈ ਕਨੈਕਟਰ ਯੂਜ਼ ਕੀਤਾ, ਤਾਂ ਆਪਣੇ ਜਿਹੜੇ ਕਨੈਕਟਰ ਵੀ ਹੋ ਗਏ। ਤਾਂ ਵਕੈਬ ਤੁਹਾਨੂੰ ਪਤਾ ਹੀ ਸੀ ਕਿ ਆਪਾਂ ਜਿਹੜਾ ਹਰ ਇੱਕ ਵਰਡ ਟਰਾਈ ਕੀਤਾ ਹੈਗਾ ਕਿ ਜਿੰਨੀ ਆਪਣੀ ਵਕੈਬ ਸੀ ਹੈ ਨਾ, ਤਾਂ ਆਪਾਂ ਜਿਹੜੀ ਐਡ ਕਰਦੇ ਜਾਈਏ, ਜਿੱਦਾਂ ਆਪਾਂ ਨੂੰ ਜਿਹੜਾ ਵਰਡ ਦਾ ਪਤਾ ਸੀ ਤਾਂ ਆਪਾਂ ਵਕੈਬ ਜਿਹੜੀ ਐਡ ਕਰਦੇ ਗਏ, ਠੀਕ ਆ। ਤੇ ਇਸ ਤਰੀਕੇ ਨਾਲ ਸੈਂਪਲ ਆਂਸਰ ਲਿਖੋਗੇ ਤਾਂ ਡੈਫੀਨੇਟਲੀ ਤੁਹਾਡੇ ਸਕੋਰ ਆਉਣਗੇ, ਠੀਕ ਹੈ। ਤਾਂ ਆਈ ਹੋਪ ਜਿਹੜੀ ਅੱਜ ਦੀ ਵੀਡੀਓ ਤੁਹਾਡੀ ਇਨਫੋਰਮੇਟਿਵ ਹੋਊਗੀ। ਥੈਂਕਸ ਫॉर ਵਾਚਿੰਗ।